ਸੱਚਾ ਪਾਤਸ਼ਾਹ ਸਿਰ ਸ਼ਾਹਦ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗਾ ਮਹੱਲਾ ਚੌਥਾ। ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲਾ। ਤੂ ਮੇਰੇ ਗੁਰੂ ਕੇ ਪਿਆਰੇ ਰਹਾਉ। ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਬਾਰੇ। ਜਿਨ ਗੁਰ ਕੇ ਕੀਤੇ ਚਾਕਰੇ ਤਿਨ ਸਾਧ ਬਲਿਹਾਰੇ। ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ। ਤਿਨ ਬਿਟਹੁ ਨਾਨਕ ਬਾਰਿਆ ਸਦਾ ਸਦਾ ਕੁਰਬਾਨਾ। ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ। ਤਿਨ ਬਿਟਹੁ ਨਾਨਕ ਬਾਰਿਆ ਸਦਾ ਸਦਾ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪ ਸਭੋ ਮਾਈ ਭਾਈ ਆਪਣੇ ਜੀਵਨ ਦੀਆਂ ਕੁਝ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਦੀ ਪਵਿੱਤਰ ਵਿਚਾਰ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਇਸ ਵਕਤ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਚੌਥੇ ਪਾਤਸ਼ਾਹ
ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਮਹਾਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਪਾਵਨ ਸ਼ਬਦ ਰਲ ਮਿਲ ਕੇ ਵਿਚਾਰੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗਾ ਮਹੱਲਾ ਚੌਥਾ। ਹਰ ਕੀਆ ਕਥਾ ਕਹਾਣੀਆ, ਗੁਰਮੀਤ ਸੁਣਾਈਆ। ਰਾਗ ਤਿਲੰਗ ਹੈ। ਚੌਥੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਹਰ ਕੀਆਂ ਕਥਾ ਕਹਾਣੀਆਂ, ਹਰੀ ਦੀ ਕਥਾ ਸਭ ਤੇ ਉੱਤਮ ਹਰ ਕੀ ਕਥਾ। ਪਰਮੇਸ਼ਰ ਦੀ ਕਥਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਕਲਗੀਧਰ ਦੇ ਬਚਨ ਹਨ, ਕੀਰਤਨ ਆਹੇ ਮੇਘ ਕੀ ਬਰਖਾ। ਗੁਰਬਾਣੀ ਦਾ ਕੀਰਤਨ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਮੌਲੇ ਧਾਰ ਮੀਂਹ ਵਰਸਦਾ ਹੋਵੇ। ਤੇ ਗੁਰਬਾਣੀ ਦੀ ਕਥਾ ਇਸ ਤਰ੍ਹਾਂ ਹੈ, ਝੜੀ ਲਾਏ ਜਿਉਂ ਬਰਖੈ ਜਲ ਹੈ। ਜਿਵੇਂ ਤੇਜ਼ ਮੀਂਹ ਤੋਂ ਬਾਅਦ ਨਿੱਕੀਆਂ ਨਿੱਕੀਆਂ ਬੂੰਦਾਂ ਦਾ ਮੀਂਹ ਵਰਸਣਾ ਨਿਰੰਤਰ ਲਗਾਤਾਰ ਚੱਲ ਪੈਂਦਾ, ਉਹਨੂੰ ਝੜੀ ਕਹਿੰਦੇ ਆ। ਇੱਕ ਦਿਨ, 2 ਦਿਨ, 4 ਦਿਨ, 6 ਦਿਨ ਵੀ ਉਹ ਝੜੀ ਚੱਲ ਸਕਦੀ। ਉਹ ਜਦੋਂ ਝੜੀ ਲੱਗਦੀ ਹੈ ਉਦੋਂ ਉੱਚੇ ਨੀਵੇਂ ਸਾਰੇ ਥਾਂ ਸਿੰਚੇ ਜਾਂਦੇ ਨੇ। ਤੇਜ਼ ਮੀਂਹ ਪੈ ਕੇ ਜਦੋਂ ਰੁਕ ਜਾਂਦਾ ਹੈ ਤਾਂ ਪਾਣੀ ਨੀਵੇਂ ਥਾਂ ਤੇ ਖਲੋ ਜਾਂਦਾ ਤੇ ਟਿੱਬੇ ਸੁੱਕੇ ਰਹਿ ਜਾਂਦੇ ਨੇ। ਕੀਰਤਨ ਨਾਲ ਸਾਰਿਆਂ ਨੂੰ ਸਮਝ ਨਹੀਂ ਪੈਂਦੀ, ਪਰ ਜਦੋਂ ਗੁਰਬਾਣੀ ਦੀ ਕਥਾ ਹੁੰਦੀ ਹੈ ਝੜੀ ਦੇ ਮੀਂਹ ਵਾਂਗੂ ਟਿੱਬਿਆਂ ਨੂੰ ਵੀ ਸਿੰਚ ਦਿੰਦੀ ਹੈ। ਨਿੱਕੀ ਨਿੱਕੀ ਫੂੜ ਹੁੰਦੀ ਹੈ, ਜਿਸ ਜ਼ਮੀਨ ਦੇ ਜਿਸ ਹਿੱਸੇ ਤੇ ਪੈਂਦੀ ਹੈ ਉਹਦੇ ਵਿੱਚ ਧਸ ਜਾਂਦੀ ਹੈ, ਸਮਾ ਜਾਂਦੀ ਹੈ। ਹਰੀ ਕਥਾ ਦਾ ਇਹ ਵੱਡਾ ਪੁੰਨ ਹੈ। ਮਹਾਰਿਸ਼ੀ ਵਾਲਮੀਕ ਜੀ ਕਹਿੰਦੇ ਕਿ ਜਿਹੜੇ ਹਰੀ ਕਥਾ ਕਰਦੇ ਹਨ ਜਾਂ ਹਰੀ ਕਥਾ ਸੁਣਦੇ ਹਨ, ਹਰੀ ਦੀ ਕਥਾ ਕਰਨ ਵਾਲੇ ਔਰ ਹਰੀ ਦੀ ਕਥਾ ਸੁਣਨ ਵਾਲੇ ਸਬਦ ਕੁਲ ਸੰਯੁਗਤਾ ਹੈ। ਕਹਿੰਦੇ ਉਹਦੀਆਂ 21 ਕੁੱਲਾਂ ਪਾਰ ਉਤਾਰਾ ਕਰ ਲੈਂਦੀਆਂ ਹਨ ਸੰਸਾਰ ਤੋਂ। ਉਹਦੀਆਂ 21 ਕੁੱਲਾਂ ਤਾਰ ਦਿੰਦੀ ਹੈ ਹਰੀ ਕਥਾ। ਕਲਗੀਧਰ ਸੁਆਮੀ ਜੀ ਲਿਖਦੇ ਨੇ, ਜੋ ਇਹ ਕਥਾ ਸੁਨੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨ ਆਵੈ। ਜਿਹੜਾ ਪਾਰ ਬ੍ਰਹਮ ਪਰਮੇਸ਼ਰ ਦੀ ਇਸ ਕਥਾ ਨੂੰ ਸੁਣਦਾ ਹੈ, ਗਾਇਨ ਕਰਦਾ ਹੈ, ਉਹਦੇ ਨੇੜੇ ਦੁੱਖ ਕਲੇਸ਼ ਵਿਘਨ ਨਹੀਂ ਆਉਂਦੇ, ਪਾਪ ਨਹੀਂ ਆਉਂਦੇ। ਤੋ ਹਰੀ ਦੀ ਕਥਾ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ।
ਖਡੂਰ ਸਾਹਿਬ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਫੁਰਨਾ ਹੋਇਆ ਕਿ ਕੋਈ ਹੈ ਐਸਾ ਗੁਰਸਿੱਖ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਵੇ। ਇਹ ਸੋਚ ਹੀ ਰਹੇ ਸਨ ਕਿ ਇੰਨੇ ਨੂੰ ਸੀਸ ਦੇ ਉੱਤੇ ਉੱਚੀ ਟੋਪੀ ਪਾਈ ਹੋਈ, ਲੰਮਾ ਦਾੜਾ, ਕਰ ਤੂੰਬੀ ਕਟਕੀਨ ਕੁਪੀਨਾ, ਤਨ ਉੱਪਰ ਕਮਰੀ ਸਿਤ ਲੀਨਾ, ਊਚੀ ਕੁਲਹਿ ਸੀਸ ਪਰ ਧਾਰੀ, ਸਮਸ਼ ਸਵੇਤ ਦੀਰਘ ਇੱਕ ਸਾਰੀ। ਭਾਈ ਬਾਲਾ ਜੀ, ਇਹ ਉਹਨਾਂ ਦਾ ਸਰੂਪ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ। ਉੱਚੀ ਕੁਲਹਿ, ਪੁਰਾਣੇ ਸਮਿਆਂ ਵਿੱਚ ਇੱਕ ਉੱਚੀ ਟੋਪੀ ਧਾਰਨ ਕੀਤੀ ਜਾਂਦੀ ਸੀ। ਹੱਥ ਦੇ ਵਿੱਚ ਇੱਕ ਤੂੰਬਾ ਫੜਿਆ ਹੋਇਆ, ਕਟਕੀਨ ਕੁਪੀਨਾ, ਤੇੜ ਇੱਕ ਧੋਤੀ ਬੱਧੀ ਹੋਈ ਹੈ। ਸਰੀਰ ਦੇ ਉੱਤੇ ਇੱਕ ਚਿੱਟੇ ਰੰਗ ਦਾ ਚਾਦਰਾ ਹੈ, ਉਹਦੀ ਬੁੱਕਲ ਮਾਰੀ ਹੋਈ ਹੈ। ਚਿਹਰੇ ਤੇ ਦਾੜਾ, ਸ਼ਮਸ ਸਵੇਤ ਦੀਰਘ ਇੱਕ ਸਾਰੀ, ਚਿੱਟੇ ਰੰਗ ਦਾ ਦਾੜਾ ਇੱਕ ਸਾਰ, ਬੜਾ ਸੁੰਦਰ। ਆਏ ਗੁਰਦੁਆਰਾ ਮਾਲਖਾੜਾ ਸਾਹਿਬ, ਮਹਾਰਾਜ ਗੁਰੂ ਅੰਗਦ ਸਾਹਿਬ ਬੈਠੇ ਸਨ। ਭਾਈ ਬਾਲਾ ਜੀ ਨੇ ਆ ਕੇ ਗੁਰੂ ਚਰਨਾਂ 'ਚ ਪ੍ਰਣਾਮ ਕੀਤੀ। ਗੁਰੂ ਅੰਗਦ ਸਾਹਿਬ ਪੁੱਛਦੇ, ਕੌਣ, ਕਿੱਥੋਂ ਆਏ ਹੋ? ਆਖਿਆ, ਉੱਥੋਂ ਆਇਆ ਹਾਂ ਜਿੱਥੋਂ ਦੇ ਤੁਹਾਡੇ ਮੁਰਸ਼ਦ ਦਾ, ਤੁਹਾਡੇ ਗੁਰੂ ਦਾ ਪ੍ਰਕਾਸ਼, ਨਨਕਾਣਾ ਸਾਹਿਬ ਤੋਂ ਆਇਆ ਹਾਂ। ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਸੁਣਿਆ ਤੁਸੀਂ ਗੁਰੂ ਬਾਬੇ ਦੇ ਦਰਸ਼ਨ ਕੀਤੇ, ਕਹਿੰਦੇ ਹਾਂ, ਮੈਂ ਸਾਰੀ ਜ਼ਿੰਦਗੀ ਜਿੰਨੀਆਂ ਉਦਾਸੀਆਂ ਗੁਰਦੇਵ ਨੇ ਕੀਤੀਆਂ ਨੇ ਉਹਨਾਂ ਦੇ ਨਾਲ ਰਿਹਾ। ਗੁਰੂ ਅੰਗਦ ਸਾਹਿਬ ਜੀ ਉੱਠ ਖਲੋਤੇ ਤੇ ਭਾਈ ਬਾਲਾ ਜੀ ਦਾ ਬੜਾ ਸਤਿਕਾਰ ਕੀਤਾ। ਆਓ ਭਾਈ ਬਾਲਾ ਜੀ ਬੈਠੋ, ਤੁਸੀਂ ਸਾਨੂੰ ਗੁਰੂ ਬਾਬੇ ਦੀ ਕਥਾ ਸੁਣਾਓ। ਕਿਵੇਂ ਗੁਰੂ ਨਾਨਕ ਸਾਹਿਬ ਵਿਚਰੇ, ਕਿਵੇਂ ਜੀਵਾਂ ਦਾ ਉਧਾਰ ਕੀਤਾ, ਕਿਵੇਂ ਜੀਵਾਂ ਦੀ ਕਲਿਆਣ ਕੀਤੀ। ਭਾਈ ਬਾਲਾ ਜੀ ਕਹਿੰਦੇ, ਮੈਂ ਉਹਨਾਂ ਦੇ ਜਨਮ ਦੀ ਕਥਾ ਬਾਰੇ ਨਹੀਂ ਜਾਣਦਾ, ਪਰ ਮੈਂ ਜਿਵੇਂ ਸੁਣੀ ਉਹ ਵੀ ਦੱਸਾਂਗਾ। ਕਾਤਕ ਕੀ ਪੂਰਨ ਹੈ ਮਾਸ਼ੀ, ਕੱਤਕ ਦੀ ਪੂਰਨਮਾਸ਼ੀ ਨੂੰ 27 ਨਛੱਤਰ ਵਾਲੇ ਦਿਨ 1526 ਸੰਮਤ ਬਿਕਰਮੀ ਨੂੰ ਗੁਰੂ ਬਾਬਾ ਜੀ ਦਾ ਪ੍ਰਕਾਸ਼ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਇਆ। ਇੱਥੋਂ ਕਥਾ ਸ਼ੁਰੂ ਕਰਦੇ ਭਾਈ ਬਾਲਾ। ਜਿਹੜੀ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਸੁਣਾਈ, ਗੁਰੂ ਅੰਗਦ ਸਾਹਿਬ ਨੇ ਉਸ ਵੇਲੇ ਉਹ ਕਥਾ ਲਿਖਵਾਈ। ਪੈੜੇ ਮੋਖੇ ਨੂੰ ਸੱਦ ਕੇ ਵੀ ਕਥਾ ਲਿਖੋ। ਜਦੋਂ ਲਿਖੀ ਗਈ ਤੇ ਉਸ ਪੁਸਤਕ ਦਾ ਨਾਮ ਰੱਖਿਆ ਭਾਈ ਬਾਲੇ ਵਾਲੀ ਜਨਮ ਸਾਖੀ। ਉਸੇ ਦਾ ਵਿਸਥਾਰ ਕੀਤਾ, ਵਿਆਖਿਆ ਕੀਤੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ, ਔਰ ਉਸ ਗ੍ਰੰਥ ਦਾ ਨਾਮ ਰੱਖਿਆ ਸ਼੍ਰੀ ਗੁਰੂ ਨਾਨਕ ਪ੍ਰਕਾਸ਼। ਯਮੁਨਾ ਨਗਰ ਵਿਖੇ ਬੂੜੀਏ ਪਿੰਡ 'ਚ ਬਹਿ ਕੇ ਭਾਈ ਸਾਹਿਬ ਨੇ ਕਥਾ ਲਿਖੀ। ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਜੀ ਸ਼ਾਮ ਦੇ ਸਮੇਂ ਕਥਾ ਸੁਣਦੇ ਸਨ, ਭਾਈ ਬਾਲਾ ਜੀ ਸੁਣਾਉਂਦੇ ਸੀ, ਪੈੜਾ ਮੋਖਾ ਜੀ ਲਿਖਦੇ ਸੀ। ਸੁਣਦਿਆਂ ਸੁਣਦਿਆਂ ਗੁਰੂ ਅੰਗਦ ਸਾਹਿਬ ਜੀ ਦੀ ਸਮਾਧੀ ਲੱਗ ਜਾਣੀ। ਇੱਕ ਦਿਨ ਬੀਤਣਾ, 2 ਦਿਨ ਬੀਤਣਾ, 3 ਦਿਨ ਸਮਾਧੀ ਤੋਂ ਨਾ ਉੱਠਣਾ। 3 ਦਿਨਾਂ ਬਾਅਦ ਕਥਾ ਸੁਣ ਕੇ ਜਿਹੜੀ ਸਮਾਧੀ ਲੱਗੀ ਹੁੰਦੀ ਉਹ ਖੁੱਲਣੀ। ਇਸ਼ਨਾਨ ਪਾਨ ਕਰਕੇ ਜਲ ਪਾਣੀ ਵਰਤ ਕੇ ਫਿਰ ਆ ਕੇ ਬੈਠਣਾ ਤੇ ਕਹਿਣਾ, ਭਾਈ ਬਾਲੇ ਨੂੰ ਸੱਦੋ, ਮੇਰੇ ਗੁਰੂ ਬਾਬੇ ਦੀ ਮੈਨੂੰ ਕਥਾ ਸੁਣਾਵੇ। ਹਰੀ ਕਥਾ ਸਬਨ ਕਲੂਖਨ ਕੋ ਹਰਤਾ ਹੈ,
ਸਤਿਗੁਰਾਂ ਦੀ ਕਥਾ, ਗੁਰਬਾਣੀ ਦੀ ਕਥਾ, ਹਰੀ ਦੀ ਕਥਾ, ਜਿਤਨੇ ਪਾਪ ਨੇ, ਜਿਤਨੇ ਕਲੂਖਨ ਨੇ, ਸਾਰੇ ਪਾਪਾਂ ਨੂੰ ਹਰਨ ਵਾਲੀ ਹੈ, ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ। ਸਰਬ ਫਲਨ ਕੋ ਹੈ ਇਹ ਦਾਤੀ, ਜੋ ਫਲ ਮੰਗੀਏ ਕਥਾ ਸੁਣਦਿਆਂ ਉਸ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਐਸੀ ਹਰੀ ਕਥਾ, ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਹਰੀ ਕਥਾ ਹੀ ਹੈ, ਪਰਮੇਸ਼ਰ ਦੀ ਕਥਾ। ਐਸੀ ਹਰੀ ਕਥਾ ਮੇਰੇ ਗੁਰੂ ਮਿੱਤਰ ਨੇ ਮੈਨੂੰ ਸੁਣਾਈ, ਉਹਦੀਆਂ ਕਹਾਣੀਆਂ ਮੈਨੂੰ ਸੁਣਾਈਆਂ ਨੇ, ਉਹਦੇ ਚੋਜ ਤੇ ਉਹਦੇ ਕੌਤਕ ਮੇਰੇ ਗੁਰੂ ਮਿੱਤਰ ਨੇ ਮੈਨੂੰ ਸੁਣਾਏ ਨੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਐਸੀ ਹਰੀ ਕਥਾ। ਤੇ ਕਹਿੰਦੇ ਜੋ ਮੈਨੂੰ ਐਸੀ ਹਰੀ ਕਥਾ ਸੁਣਾਵੇ ਉਹਨੂੰ ਕੀ ਭੇਟ ਕਰਾਂ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਮੇਰੇ ਉਹ ਸਾਹਿਬ ਦੀ ਬਾਤ, ਮੇਰੇ ਉਹ ਸਾਹਿਬ ਦੀ ਕਥਾ ਮੈਨੂੰ ਜਿਹੜਾ ਸੁਣਾਵੇ। ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਕੀ ਭੇਟ ਕਰੀਏ। ਤੈ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਮੈਂ ਆਪਣਾ ਸਿਰ ਵੱਢ ਕੇ ਮੂੜਾ ਬਣਾ ਕੇ ਉਹਨੂੰ ਕਹਾਂ ਵੀ ਇਹਦੇ ਤੇ ਬੈਠੋ, ਤੇ ਹੰਕਾਰ ਰੂਪੀ ਸਿਰ ਤੋਂ ਬਿਨਾਂ ਹੋ ਕੇ ਫਿਰ ਮੈਂ ਉਹਨਾਂ ਦੀ ਤਾ ਜ਼ਿੰਦਗੀ ਸੇਵਾ ਕਰਾਂ। ਮੇਰੇ ਗੁਰੂ ਮਿੱਤਰ ਨੇ ਮੈਨੂੰ ਐਸੀ ਹਰੀ ਕਥਾ ਸੁਣਾਈ ਹੈ। ਐਸੇ ਗੁਰੂ ਮਿੱਤਰ ਤੋਂ ਵਾਰੇ ਜਾਈਏ, ਬਲਿਹਾਰ ਜਾਈਏ। ਜਿਸ ਮੇਰੇ ਗੁਰੂ ਨੇ ਮੈਨੂੰ ਐਸੀ ਹਰੀ ਅੰਮ੍ਰਿਤ ਕਥਾ ਸਰਵਣ ਕਰਾਈ ਹੈ। ਬਲਿਹਾਰੀ ਗੁਰ ਆਪਣੇ, ਗੁਰ ਕੋ ਬਲ ਜਾਈਆ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ, ਆਪਣੇ ਗੁਰੂ ਤੋਂ ਵਾਰੇ ਜਾਵਾਂ, ਗੁਰੂ ਤੋਂ ਬਲ ਬਲ ਜਾਵਾਂ। ਇੱਕ ਵਾਰ ਨਹੀਂ, ਸੈਂਕੜੇ ਵਾਰ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਵਾਂ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ। ਦਿਹਾੜੀ ਸਦਵਾਰ, ਦਿਹਾੜੀ ਸਦਵਾਰ, ਦਿਹਾੜੀ ਸਦਵਾਰ, ਦਿਹਾੜੀ ਸਦਵਾਰ। ਐਸੇ ਗੁਰੂ ਤੋਂ ਬਲਿਹਾਰ ਜਾਈਏ, ਐਸੇ ਗੁਰੂ ਤੋਂ ਵਾਰੇ ਵਾਰੇ ਜਾਈਏ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਐ ਮੇਰੇ ਗੁਰੂ ਕੇ ਸਿੱਖੋ, ਆ ਮਿਲੋ, ਆਓ ਰਲ ਕੇ ਬੈਠੀਏ, ਇਕੱਤਰ ਹੋ ਕੇ ਬੈਠੀਏ। ਤੁਸੀਂ ਮੇਰੇ ਗੁਰੂ ਦੇ ਪਿਆਰੇ ਹੋ, ਆ ਕੇ ਮਿਲੋ। ਗੁਰਸਿੱਖ ਦੇ ਹਿਰਦੇ 'ਚ ਹੀ ਤਾਂਘ ਹੁੰਦੀ ਹੈ। ਦਿਨ ਚੜ੍ਹਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਜਦੋਂ ਲੋ ਲੱਗਦੀ ਅਰਦਾਸ ਕਰਦਾ ਨਿਤਨੇਮ ਦੀ, ਤੇ ਨਾਲ ਇਹ ਵੀ ਕਹਿੰਦਾ ਮਹਾਰਾਜ ਅੱਜ ਸਾਡੇ ਘਰ ਪ੍ਰਾਹੁਣੇ ਆਉਣ। ਕਿਹੜੇ ਪ੍ਰਾਹੁਣੇ ਆਉਣ? ਮਹਾਰਾਜ ਜਿਹੜੇ ਤੁਹਾਡਾ ਭਜਨ ਕਰਨ ਵਾਲੇ। ਭਲਕੇ ਉੱਠ ਪਪੋਲੀਆ ਮੇਰਾ ਘਰ ਆਵੋ। ਉਹ ਅਰਦਾਸ ਕਰਦੇ ਆ, ਵਾਹਿਗੁਰੂ ਅੱਜ ਸਾਡੇ ਘਰ ਪ੍ਰਾਹੁਣੇ ਆਉਣ, ਜਿਹੜਾ ਤੇਰਾ ਭਜਨ ਕਰਨ ਵਾਲੇ ਗੁਰਸਿੱਖ ਨੇ ਉਹ ਆਉਣ, ਉਹਨਾਂ ਦੇ ਦਰਸ਼ਨ ਕਰਾਇਓ। ਲੋਕ ਕਹਿੰਦੇ ਆਮ ਸਧਾਰਨ, ਅੱਜ ਕੋਈ ਪ੍ਰਾਹੁਣਾ ਨਾ ਆ ਜਾਏ। ਗੁਰਸਿੱਖ ਕਹਿੰਦੇ ਆਵਣ, ਪਰ ਭਜਨ ਕਰਨ ਵਾਲੇ ਪ੍ਰਾਹੁਣੇ ਆਉਣ। ਆਓ ਗੁਰੂ ਕੇ ਸਿੱਖੋ, ਜਦੋਂ ਤੁਸੀਂ ਆਓਗੇ ਆਪਾਂ ਮਿਲ ਕੇ ਬੈਠਾਂਗੇ,
ਤੇ ਆਪਣੇ ਗੁਰੂ ਦੀਆਂ ਬਾਤਾਂ ਪਾਵਾਂਗੇ। ਕੁਝ ਤੁਸੀਂ ਕਹੋਗੇ ਗੁਰੂ ਦੀਆਂ ਬਾਤਾਂ, ਕੁਝ ਮੈਂ ਕਹਾਂਗਾ, ਤੇ ਰਲ ਮਿਲ ਕੇ ਆਪਣੇ ਗੁਰੂ ਦੀਆਂ ਵਡਿਆਈਆਂ ਕਰੀਏ, ਆਪਣੇ ਗੁਰੂ ਦੀ ਸੋਭਾ ਕਰੀਏ। ਰਹਾਉ ਹਰ ਕੇ ਗੁਣ ਹਰ ਭਾਵਦੇ, ਸੇ ਗੁਰੂ ਤੇ ਪਾਏ। ਹਰੀ ਦੇ ਗੁਣ ਹੀ ਹਰੀ ਨੂੰ ਭਾਵਦੇ ਹਨ, ਪਰ ਉਹ ਗੁਣ ਕਿੱਥੋਂ ਮਿਲਦੇ ਨੇ? ਕਹਿੰਦੇ ਗੁਰੂ ਤੋਂ ਪ੍ਰਾਪਤ ਹੁੰਦੇ ਨੇ। ਹਰੀ ਦੇ ਗੁਣ ਹਰੀ ਨੂੰ ਭਾਵਦੇ ਨੇ, ਪਰ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਗੁਣ ਕਹਿਣੇ ਨੇ। ਇਸ ਕਰਕੇ ਗੁਰੂ ਕੋਲੋਂ ਹੀ ਉਹ ਗੁਣਾਂ ਦੀ ਦਾਤ ਪ੍ਰਾਪਤ ਕਰਕੇ ਉਹੀ ਗੁਣ ਮੈਂ ਕਹਿੰਦਾ ਹਾਂ ਜੋ ਮੇਰੇ ਗੁਰੂ ਨੇ ਕਹੇ ਨੇ। ਹਾਂਜੀ, ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁਮ ਘੁਮ ਜਾਏ। ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ ਹੈ, ਖਸਮੈ ਸੋਈ ਭਾਵੰਦੇ, ਖਸਮੈ ਦਾ ਜਿਸ ਭਾਣਾ ਭਾਵੇ। ਰੱਬ ਨੂੰ ਉਹੀ ਭਾਉਂਦੇ ਆ ਜਿਹੜੇ ਰੱਬ ਦੇ ਭਾਣੇ 'ਚ ਚੱਲਦੇ। ਜਿਨ੍ਹਾਂ ਨੂੰ ਰੱਬ ਦਾ ਭਾਣਾ ਭਾਉਂਦਾ ਉਹ ਰੱਬ ਨੂੰ ਭਾ ਜਾਂਦੇ ਨੇ। ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ ਹੈ, ਗੁਰੂ ਦਾ ਭਾਣਾ ਕੀ ਹੈ? ਗੁਰੂ ਦਾ ਭਾਣਾ ਸਿੱਖਾ ਅੰਮ੍ਰਿਤ ਵੇਲੇ ਉੱਠ ਬਾਣੀ ਪੜ, ਭਜਨ ਕਰ, ਪਰਉਪਕਾਰੀ ਹੋ। ਗੁਰੂ ਦਾ ਭਾਣਾ ਹੈ ਚਾਰ ਬੱਜਰ ਕੁਰੈਤਾਂ ਤੋਂ ਬਚ ਕੇ ਰਹੀਂ। ਗੁਰੂ ਦਾ ਭਾਣਾ ਹੈ ਨੜੀ ਮਾਰ, ਕੁੜੀ ਮਾਰ, ਰਾਮ ਰਾਈਏ, ਧੀਰ ਮੱਲੀਏ, ਮੀਣੇ ਮਸੰਦੀਏ, ਇਹਨਾਂ ਦੇ ਸੰਗ ਤੋਂ ਬਚ ਕੇ ਰਹੀਂ। ਗੁਰੂ ਦਾ ਭਾਣਾ ਹੈ ਕੁੱਠਾ ਨਹੀਂ ਖਾਣਾ। ਗੁਰੂ ਦਾ ਭਾਣਾ ਹੈ ਕੇਸ ਕਤਲ ਨਹੀਂ ਕਰਨੇ। ਗੁਰੂ ਦਾ ਭਾਣਾ ਹੈ ਪਰ ਇਸਤਰੀ ਪਰ ਪੁਰਖਗਾਮੀ ਨਹੀਂ ਹੋਣਾ। ਗੁਰੂ ਕਾ ਭਾਣਾ ਹੈ ਜਗਤ ਝੂਠ ਦੀ ਵਰਤੋਂ ਨਹੀਂ ਕਰਨੀ। ਤੇ ਜਿਨ੍ਹਾਂ ਨੂੰ ਇਹ ਗੁਰੂ ਦਾ ਭਾਣਾ ਭਾਉਂਦਾ ਹੈ, ਜਿਹੜੇ ਗੁਰੂ ਦੇ ਐਸੇ ਭਾਣੇ 'ਚ ਚੱਲਦੇ ਐ, ਕਹਿੰਦੇ ਮੈਂ ਉਹਨਾਂ ਤੋਂ ਵੀ ਵਾਰੇ ਵਾਰੇ ਜਾਵਾਂ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁਮ ਘੁਮ ਜਾਏ। ਜਿਨ੍ਹਾਂ ਮੇਰੇ ਗੁਰੂ ਦਾ ਭਾਣਾ ਮੰਨਿਆ, ਮੈਂ ਤਿਨਾਂ ਤੋਂ ਘੁਮ ਘੁਮ ਜਾਵਾਂ, ਉਹਨਾਂ ਤੋਂ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕਉ ਬਾਰੇ। ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ, ਮੈਂ ਤਿਨਾਂ ਤੋਂ ਵਾਰੇ ਜਾਵਾਂ, ਮੈਂ ਤਿਨਾਂ ਤੋਂ ਬਲਿਹਾਰ ਜਾਵਾਂ। ਜਿਨ੍ਹਾਂ ਨੇ ਮੇਰੇ ਗੁਰੂ ਦੇ ਦੀਦਾਰ ਕੀਤੇ ਨੇ, ਮੈਂ ਤਾਂ ਉਹਨਾਂ ਤੋਂ ਵੀ ਵਾਰੇ ਜਾਂਦਾ, ਕਿਉਂਕਿ ਗੁਰੂ ਦੇ ਦੀਦਾਰ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਭਾਗ ਸਵੱਲੇ ਨੇ। ਜਿਨ੍ਹਾਂ ਮੇਰੇ ਗੁਰੂ ਦੇ ਦੀਦਾਰ ਕੀਤੇ ਹਨ, ਦਰਸ਼ਨ ਕੀਤੇ ਹਨ, ਮੈਂ ਉਹਨਾਂ ਦਰਸ਼ਨ ਕਰਨ ਵਾਲੇ ਗੁਰਸਿੱਖਾਂ ਤੋਂ ਵੀ ਵਾਰੇ ਜਾਵਾਂ, ਬਲਿਹਾਰ ਜਾਵਾਂ। ਜਿਨ ਗੁਰ ਕੇ ਕੀਤੇ ਚਾਕਰੀ, ਤਿਨ ਸਾਧ ਬਲਿਹਾਰੇ। ਜਿਨ੍ਹਾਂ ਨੇ ਮੇਰੇ ਗੁਰੂ ਦੀ ਚਾਕਰੀ ਕੀਤੀ ਹੈ, ਚਾਅ ਨਾਲ ਸੇਵਾ ਕੀਤੀ, ਚਾਅ ਨਾਲ। ਜਿਹੜੇ ਮੇਰੇ ਗੁਰੂ ਦੀ ਚਾਕਰੀ ਕਰਦੇ ਨੇ, ਮੈਂ ਉਹਨਾਂ ਤੋਂ ਵੀ ਬਲਿਹਾਰ ਜਾਵਾਂ। ਜਿਨ ਗੁਰ ਕੀ ਕੀਤੀ ਚਾਕਰੀ, ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਜਿਹੜੇ ਗੁਰੂ ਦੀ ਸੇਵਾ ਵਿੱਚ ਤਿੰਨ ਸਾਧ ਬਲਿਹਾਰੀ, ਮੈਂ ਤਿਨਾਂ ਤੋਂ ਵੀ ਸਦਾ ਲਈ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ। ਏ ਹਰੀ, ਤੇਰਾ ਨਾਮ ਐਸਾ ਹੈ ਜਿਹੜਾ ਦੁੱਖਾਂ ਨੂੰ ਮੇਟਣ ਵਾਲਾ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦੁੱਖ ਹਰਤਾ ਹਰ ਨਾਮ ਪਛਾਨੋ। ਹਰੀ ਜੀ, ਤੁਹਾਡਾ ਅੰਮ੍ਰਿਤ ਨਾਮ ਦੁੱਖਾਂ ਦੇ ਨਿਵਾਰਨੇ ਵਾਲਾ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਇਹ ਜਾਣ ਲਓ। ਗੁਰ ਸੇਵਾ ਤੇ ਪਾਈਐ, ਗੁਰਮੁਖ ਨਿਸਤਾਰਾ। ਗੁਰੂ ਦੀ ਸੇਵਾ ਕਰਕੇ ਐਸਾ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ
ਤੇ ਜਿਨ੍ਹਾਂ ਗੁਰਮੁਖਾਂ ਨੂੰ ਗੁਰੂ ਦੇ ਮੁਖ ਦੁਆਰਾ ਇਹ ਅੰਮ੍ਰਿਤ ਨਾਮ ਪ੍ਰਾਪਤ ਹੋਇਆ ਹੈ, ਉਹਨਾਂ ਦਾ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਨਿਸਤਾਰਾ ਹੋ ਗਿਆ ਹੈ, ਪਾਰ ਉਤਾਰਾ ਹੋ ਗਿਆ ਹੈ। ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਤੇ ਜਨ ਪਰਵਾਨਾ, ਉਹ ਜਨ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ, ਨਿਰੰਕਾਰ ਦੇ ਘਰ 'ਚ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਹਰੀ ਦਾ ਨਾਮ ਧਿਆਉਂਦੇ ਹਨ, ਹਰੀ ਦੇ ਨਾਮ ਦੀ ਆਰਾਧਨਾ ਕਰਦੇ ਹਨ, ਉਹ ਜਨ ਨਿਰੰਕਾਰ ਦੇ ਘਰ ਵਿੱਚ ਪ੍ਰਵਾਨ ਹਨ। ਤਿਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਮੈਂ ਤਿਨਾਂ ਬਿਟੋਂ ਸਦਾ ਲਈ ਵਾਰੇ ਜਾਵਾਂ, ਤਿਨਾਂ ਤੋਂ ਸਦਾ ਲਈ ਕੁਰਬਾਨ ਜਾਵਾਂ, ਜਿਹੜੇ ਹਰੀ ਦੇ ਨਾਮ ਨੂੰ ਧਿਆ ਕੇ ਪਰਮੇਸ਼ਰ ਦੇ ਘਰ 'ਚ ਪ੍ਰਵਾਨ ਹੋ ਗਏ ਨੇ। ਉਹ ਪਰਵਾਨੇ ਹੋਏ ਗੁਰਮੁਖਾਂ ਤੋਂ ਮੈਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ। हे ਪ੍ਰਭੂ, ਤੇਰੀ ਉਸਤਤ ਉਹੀ ਹੈ ਜਿਹੜੀ ਹਰੀ ਪ੍ਰਭੂ ਤੈਨੂੰ ਭਾਵੇ, ਜੋ ਹਰ ਪ੍ਰਭ ਭਾਵੈ। ਤੇਰੀ ਉਸਤਤ ਉਹੀ ਹੈ ਹਰੀ, हे ਹਰ ਜੀ, ਜੋ ਤੁਹਾਨੂੰ ਭਾ ਜਾਵੇ। ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ। ਜਿਹੜੇ ਗੁਰਮੁਖ ਉਸ ਪਿਆਰੇ ਸਾਹਿਬ ਨੂੰ ਸੇਵਦੇ ਹਨ, ਤਿਨਾਂ ਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਵਿੱਚੋਂ ਸ੍ਰੇਸ਼ਟ ਫਲ ਦੀ ਪ੍ਰਾਪਤੀ ਹੁੰਦੀ ਹੈ। ਮੋਕਸ਼ ਰੂਪੀ, ਮੁਕਤੀ ਰੂਪੀ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ। ਜਿਨ੍ਹਾਂ ਦੀ ਹਰੀ ਵਾਹਿਗੁਰੂ ਪਰਮੇਸ਼ਰ ਨਾਲ ਪਿਰਹੜੀ ਪ੍ਰੀਤ ਹੈ, ਤਿਨਾਂ ਦਾ ਜਿਹੜਾ ਹਰ ਵੇਲੇ ਉਸ ਪ੍ਰਭੂ ਦੇ ਨਾਲ ਰਹਿੰਦਾ ਹੈ। ਉਹ ਹਰ ਵੇਲੇ ਆਪਣੇ ਉਸ ਪ੍ਰਭੂ ਨੂੰ ਆਪਣੇ ਜੀੜੇ ਵਿੱਚ, ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਨੇ, ਜਿਨ੍ਹਾਂ ਅੰਦਰ ਉਸ ਹਰੀ ਦੀ ਪ੍ਰੀਤ ਹੈ। ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਉਹ ਪਿਆਰੇ ਰੱਬ ਨੂੰ ਜਪ ਜਪ ਕੇ ਜੀਵਦੇ ਨੇ, ਹਰੀ ਦੇ ਅੰਮ੍ਰਿਤ ਨਾਮ ਦੀ ਸੰਭਾਲਣਾ ਕਰਦੇ ਹਨ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ। ਜਿਨ੍ਹਾਂ ਨੇ ਗੁਰਮੁਖ ਪਿਆਰੇ ਸਾਹਿਬ ਨੂੰ ਸੇਵਿਆ ਹੈ, ਤਿਨ ਕੋ ਘੁਮ ਜਾਇਆ। ਮੈਂ ਉਹਨਾਂ ਤੋਂ ਵਾਰੇ ਜਾਵਾਂ, ਉਹਨਾਂ ਤੋਂ ਬਲਿਹਾਰ ਜਾਵਾਂ। ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛਡਾਇਆ। ਉਹ ਆਪ ਛੁੱਟ ਗਏ ਆਪਣੇ ਟੱਬਰ ਸਮੇਤ, ਪਰਿਵਾਰ ਸਮੇਤ। ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਉਹਨਾਂ ਨੇ ਤਾਂ ਜਗਤ ਹੀ ਛਡਾ ਲਿਆ। ਜਗਤ ਦੇ ਅਨੇਕਾਂ ਜੀਵ ਆਪਣੇ ਨਾਲ ਤਾਰ ਲਏ। ਉਹ ਆਪ ਨਹੀਂ ਤਰੇ, ਆਪਣੇ ਨਾਲ ਕਿਤਨੇ ਹੀ ਸੰਸਾਰ ਦੇ ਜੀਵਾਂ ਨੂੰ ਤਾਰ ਕੇ ਲੈ ਗਏ। ਕਿਤਨੇ ਮਹਾਪੁਰਸ਼ ਮਹਾਤਮਾ ਹੋਏ, ਜਿਨ੍ਹਾਂ ਮਹਾਤਮਾਵਾਂ ਨੇ ਆਪ ਭਜਨ ਕੀਤਾ, ਬੰਦਗੀ ਕੀਤੀ, ਨਿਰੰਕਾਰ ਦੀ ਆਰਾਧਨਾ ਕਰਕੇ ਮੁਕਤ ਹੋਏ। ਉਹ ਆਪਣੇ ਕਿਤਨੇ ਸੰਗੀਆਂ ਨੂੰ ਵੀ ਇਸ ਸੰਸਾਰ ਤੋਂ ਤਾਰ ਕੇ ਲੈ ਗਏ। ਬਾਤ ਕਰੀਏ ਉਹਨਾਂ ਮਹਾਪੁਰਸ਼ਾਂ ਦੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼, ਸੰਤ ਬਾਬਾ ਸੁੰਦਰ ਸਿੰਘ ਜੀ, ਇਹੋ ਜਿਹੇ ਮਹਾਪੁਰਸ਼ ਜਿਨ੍ਹਾਂ ਨੇ ਉਹਨਾਂ ਦੀ ਛੂਹ ਪ੍ਰਾਪਤ ਕੀਤੀ, ਉਹ ਵੀ ਆਤਮ ਗਿਆਨੀ ਮਹਾਪੁਰਸ਼ ਗੁਰਸਿੱਖ ਹੋ ਨਿਬੜੇ। ਸੰਤ ਅਤਰ ਸਿੰਘ ਜੀ ਜੈਸੇ ਮਹਾਪੁਰਸ਼, ਕਿਤਨੀਆਂ ਬੰਦਗੀ ਵਾਲੀਆਂ ਰੂਹਾਂ ਹਨ ਸਿੱਖ ਪੰਥ ਦੇ ਵਿੱਚ ਹੋ ਗੁਜ਼ਰੀਆਂ ਹਨ। ਉਹ ਜਿੱਥੇ ਆਪ ਤਰੇ, ਉਹਨਾਂ ਨੇ ਆਪਣੇ ਨਾਲ ਆਪਣੇ ਅਨੇਕਾਂ ਸੰਗੀ ਵੀ ਧਾਰ ਲਏ। ਸੋ ਐਸਾ ਪ੍ਰਤਾਪ ਹੈ ਹਰੀ ਦੇ ਨਾਮ ਦਾ। ਹਾਂਜੀ। ਗੁਰ ਪਿਆਰੈ ਹਰ ਸੇਵਿਆ ਗੁਰ ਧਨ ਗੁਰ ਧਨੋ। ਜਿਨ੍ਹਾਂ ਨੇ ਪਿਆਰੇ ਗੁਰੂ ਨੂੰ ਸੇਵਿਆ ਹੈ,
ਜਿਨ੍ਹਾਂ ਨੇ ਗੁਰੂ ਪਿਆਰੇ ਨੂੰ, ਹਰੀ ਨੂੰ ਸੇਵਿਆ, ਉਹਨਾਂ ਨੇ ਜਾਣਿਆ ਕਿ ਗੁਰੂ ਧਨ ਹੈ, ਗੁਰੂ ਧਨ ਹੈ। ਮੇਰਾ ਗੁਰੂ ਐਸਾ ਜਿਹੜਾ ਹਰੀ ਨੂੰ ਸੇਵਦਾ, ਕੇਵਲ ਪਰਮੇਸ਼ਰ ਦੀ ਆਰਾਧਨਾ ਕਰਦਾ। ਮੇਰੇ ਗੁਰੂ ਨੇ ਆਪ ਪਰਮੇਸ਼ਰ ਦੀ ਆਰਾਧਨਾ ਕਰਕੇ ਸਾਨੂੰ ਦੱਸਿਆ ਵੀ ਇਦਾਂ ਆਰਾਧਨਾ ਕਰੋ ਉਸ ਨਿਰੰਕਾਰ ਦੀ, ਇਸ ਤਰ੍ਹਾਂ ਬੰਦਗੀ ਕਰੋ। ਤੋ ਮੇਰੇ ਜਿਸ ਗੁਰੂ ਨੇ ਖੁਦ ਹਰੀ ਨੂੰ ਸੇਵਿਆ, ਮੇਰਾ ਐਸਾ ਗੁਰੂ ਧਨ ਹੈ। ਮਨ ਕਰਕੇ ਵੀ ਮੈਂ ਕਹਿਣਾ ਮੇਰਾ ਗੁਰੂ ਧਨ ਹੈ, ਬਚਨ ਕਰਕੇ ਵੀ ਕਹਿਣਾ ਮੇਰੇ ਸਤਿਗੁਰੂ ਜੀ ਧਨ ਹਨ, ਤੇ ਕਰਮ ਕਰਕੇ ਵੀ ਕਹਿੰਦਾ ਹਾਂ ਮੇਰੇ ਸਤਿਗੁਰੂ ਜੀ ਧਨ ਹਨ। ਹਾਂਜੀ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ। ਮੇਰੇ ਗੁਰੂ ਨੇ ਮੈਨੂੰ ਹਰੀ ਦੇ ਘਰ ਦਾ ਮਾਰਗ ਦੱਸਿਆ। ਇਦਾਂ ਕਹਿ ਸਕਦੇ ਆ ਵੀ ਮੇਰੇ ਗੁਰੂ ਦੇ ਕੀਤੇ ਉਪਕਾਰਾਂ ਵਿੱਚੋਂ ਸਭ ਤੋਂ ਵੱਡਾ ਇਹ ਪੁੰਨ ਪਰਉਪਕਾਰ ਹੈ ਕਿ ਮੈਨੂੰ ਰੱਬ ਦੇ ਘਰ ਦਾ ਮਾਰਗ ਦੱਸਿਆ ਮੇਰੇ ਗੁਰੂ ਨੇ। ਮੇਰਾ ਐਸਾ ਗੁਰੂ ਐਸਾ ਮਹਾਨ ਪਰਉਪਕਾਰੀ ਹੈ। ਪਰਉਪਕਾਰਾਂ ਦੀ ਗਿਣਤੀ ਨਹੀਂ ਸਤਿਗੁਰਾਂ ਨੇ ਜਿੰਨੇ ਸਾਡੇ ਤੇ ਪਰਉਪਕਾਰ ਕੀਤੇ ਨੇ ਉਹ ਗਿਣੇ ਮਿਣੇ ਨਹੀਂ ਜਾ ਸਕਦੇ। ਪਰ ਉਹਨਾਂ ਸਾਰੇ ਪਰਉਪਕਾਰਾਂ ਵਿੱਚੋਂ ਇੱਕ ਵੱਡਾ ਪਰਉਪਕਾਰ ਸਾਡੇ ਸਾਹਿਬ ਨੇ ਸਾਡੇ ਤੇ ਵੀ ਕੀਤਾ ਕਿ ਸਾਨੂੰ ਭੁੱਲਿਆਂ ਭਟਕਿਆਂ ਨੂੰ ਰੱਬ ਦੇ ਘਰ ਦਾ ਮਾਰਗ ਦੱਸਿਆ। ਇਹ ਸਭ ਤੋਂ ਵੱਡਾ ਪੁੰਨ, ਗੁਰ ਪੁੰਨ ਵੱਡ ਪੁੰਨੋ। ਇਹ ਗੁਰੂ ਦਾ ਸਭ ਤੋਂ ਜਿੰਨੇ ਪੁੰਨ ਕੀਤੇ ਆ ਸਤਿਗੁਰਾਂ ਨੇ ਸਾਡੇ ਤੇ, ਉਹਨਾਂ ਵਿੱਚੋਂ ਸਭ ਤੋਂ ਵੱਡਾ ਪੁੰਨ ਹੈ। ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ। ਜਿਹੜੇ ਗੁਰ ਸਿੱਖ ਗੁਰੂ ਨੂੰ ਸੇਵਦੇ ਹਨ ਉਹ ਪ੍ਰਾਣੀ ਪੁੰਨ ਪਵਿੱਤਰ ਹਨ। ਪੁੰਨ ਪ੍ਰਾਣੀ, ਉਹ ਪ੍ਰਾਣੀ ਪੁੰਨ ਕਹੀਏ ਪਵਿੱਤਰ ਨੇ, ਪਾਵਨ ਨੇ, ਜਿਹੜੇ ਗੁਰ ਸਿੱਖ ਗੁਰੂ ਨੂੰ ਸੇਵਦੇ ਹਨ। ਜਨ ਨਾਨਕ ਤਿਨ ਕਉ ਬਾਰਿਆ, ਸਦਾ ਸਦਾ ਕੁਰਬਾਨੀ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਨੇ, ਮੈਂ ਤਿਨਾਂ ਤੋਂ ਵਾਰੇ ਜਾਂਦਾ ਹਾਂ ਔਰ ਉਹਨਾਂ ਤੋਂ ਸਦਾ ਸਦਾ ਕੁਰਬਾਨ ਜਾਂਦਾ ਹਾਂ। ਉਹਨਾਂ ਤੋਂ ਸਦਾ ਸਦਾ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਗੁਰਮੁਖ ਸਖੀ ਸਹੇਲੀਆ, ਸੇ ਆਪ ਹਰ ਪਾਈਆ। ਜਿਹੜੀਆਂ ਗੁਰਮੁਖ ਸਖੀ ਸਹੇਲੀਆਂ ਹਨ, ਗੁਰਮੁਖ ਸਖੀਆਂ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਜਿਹੜੀਆਂ ਗੁਰੂ ਵਾਲੀਆਂ ਹਨ, ਉਹ ਗੁਰਮੁਖ ਮੇਰੀਆਂ ਸਹੇਲੀਆਂ ਕਹੀਏ ਮੇਰੇ ਮਿੱਤਰ ਨੇ। ਔਰ ਐਸੀਆਂ ਗੁਰਮੁਖ ਸਖੀਆਂ ਸਹੇਲੀਆਂ ਉਹ ਆਪ ਹਰੀ ਨੂੰ ਭਾ ਗਈਆਂ ਹਨ, ਉਹੀ ਪਰਮੇਸ਼ਰ ਨੂੰ ਭਾਉਂਦੀਆਂ ਹਨ। ਹਰ ਦਰਗਾਹ ਪਹਿਨਾਈਆ, ਹਰ ਆਪ ਗਲ ਲਾਈਆ। ਉਹਨਾਂ ਨੂੰ ਹਰੀ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੁੰਦਾ, ਸਿਰੇ ਪਾਉ ਪ੍ਰਾਪਤ ਹੁੰਦਾ, ਇੱਜ਼ਤ ਦਾ। ਹਰ ਦਰਗਾਹ ਪਹਿਨਾਈਆ, ਹਰੀ ਦੀ ਦਰਗਾਹ ਵਿੱਚ ਉਹਨਾਂ ਨੂੰ ਸਿਰੇ ਪਾਉ ਪਹਿਨਾਇਆ ਜਾਂਦਾ ਹੈ, ਇੱਜ਼ਤ ਦਾ, ਸੋਭਾ ਦਾ ਸਿਰੇ ਪਾਉ। ਔਰ ਖੁਦ ਆਪ ਹਰੀ ਉਹਨਾਂ ਨੂੰ ਸਿਰੇ ਪਾਉ ਪਹਿਨਾਉਂਦਾ, ਖੁਦ ਆਪ ਹਰੀ। ਔਰ ਸਿਰੇ ਪਾਉ ਪਹਿਨਾ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ। ਇਹ ਆਸ ਕਰਕੇ ਤਾਂ ਗੁਰਸਿੱਖ ਜੀਵਦਾ, ਕਦੇ ਮੇਰੇ ਤੇ ਵੀ ਉਹ ਦਿਨ ਆਉਣਗੇ ਜਦੋਂ ਮੇਰਾ ਪ੍ਰਭੂ ਮੈਨੂੰ ਡਿੱਗੇ ਹੋਏ ਨੂੰ ਬਾਂਹ ਤੋਂ ਫੜ ਕੇ ਆਪਣੇ ਗਲ ਨਾਲ ਲਾਵੇਗਾ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵਹਿੰਗੇ। ਕਦੇ ਤਾਂ ਆਵੇਗਾ ਦਿਨ, ਮੈਂ ਸਦਾ ਥੋੜੀ ਡਿੱਗਿਆ ਰਹੂੰ। ਕਦੇ ਤਾਂ ਡਿੱਗੇ ਹੋਏ ਨੂੰ ਚੁੱਕ ਕੇ ਆਖਣਗੇ ਆ ਮੇਰੇ ਗਲ ਨਾਲ ਲੱਗ ਜਾ, ਆਪਣੀ ਗਲ ਵਕੜੀ ਚ ਲੈਣਗੇ। ਭਾਈ ਮੰਝ ਸਾਰੀ ਰਾਤ ਇਸੇ ਆਸ 'ਚ ਖਲੋਤਾ ਰਿਹਾ, ਮੇਰਾ ਸਾਹਿਬ ਮੇਰੇ ਸਤਿਗੁਰੂ ਆਉਣਗੇ, ਕੱਢਣਗੇ ਮੈਨੂੰ ਇਸ ਖੂਹ 'ਚ ਤੇ ਆਪਣੇ ਗਲ ਨਾਲ ਕਦੇ ਤਾਂ ਲਾਉਣਗੇ ਨਾ।
ਉਸ ਆਸ ਵਿੱਚ ਰਾਤ ਬੀਤੀ, ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਹੋਈ, ਲੱਖ ਲੱਖ ਤੱਕ ਪਾਣੀ ਹੈ ਖੂਹ ਵਿੱਚ। ਏਦਾਂ ਧੀਰਜ ਵੀ ਤਾਂ ਹੋਣਾ ਚਾਹੀਦਾ ਜੇ ਪਰਮੇਸ਼ਰ ਦੇ ਗਲ ਲੱਗਣਾ ਤਾਂ। ਸਵੇਰੇ ਜਦੋਂ ਆ ਕੇ ਪੰਚਮ ਪਾਤਸ਼ਾਹ ਨੇ ਕੱਢਿਆ ਤੇ ਕੱਢ ਕੇ ਘੁੱਟ ਕੇ ਆਪਣੀ ਗਲ ਵਕੜੀ ਵਿੱਚ ਲੈ ਕੇ ਆਖਿਆ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ। ਖੁਦ ਆਪ ਵਾਹਿਗੁਰੂ ਜੀ ਉਹਨਾਂ ਨੂੰ ਆਪਣੀ ਦਰਗਾਹ ਵਿੱਚ ਸਿਰੇ ਪਾਉ ਪਹਿਨਾਉਂਦੇ, ਔਰ ਹਰੀ ਜੀ ਆਪ ਉਹਨਾਂ ਨੂੰ ਆਪਣੇ ਗਲ ਨਾਲ ਲਾਉਂਦੇ ਹਨ। ਜੋ ਗੁਰਮੁਖ ਨਾਮ ਧਿਆਏਂਦੇ ਤਿਨ ਦਰਸ਼ਨ ਦੀਜੈ। ਜਿਹੜੇ ਗੁਰਮੁਖ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਆਰਾਧਦੇ ਹਨ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਉਹਨਾਂ ਨਾਮ ਜਪਣ ਵਾਲਿਆਂ ਦੇ ਮੈਨੂੰ ਦਰਸ਼ਨ ਕਰਾਓ। ਮੇਰੇ ਮਨ 'ਚ ਕਾਮਨਾ ਹੈ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਣ ਜਿਹੜੇ ਤੁਹਾਡੇ ਨਾਮ ਨੂੰ ਜਪਦੇ ਹਨ। ਹਮ ਤਿਨ ਕੇ ਚਾਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ। ਅਸੀਂ ਉਸ ਵਾਹਿਗੁਰੂ ਦੇ ਚਰਨਾਂ ਨੂੰ ਪਖਾਲਦੇ ਹਾਂ, ਧੋਂਦੇ ਹਾਂ, ਔਰ ਧੋ ਧੋ ਕੇ ਚਰਨ ਧੂੜੀ ਪੀਂਦੇ ਹਾਂ। ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ। ਮਨ ਮੁਖਾਂ ਦੀ ਹਾਲਤ ਇਹ ਹੈ, ਪਾਨ ਖਾਣੇ, ਸੁਪਾਰੀਆਂ ਖਾਣੀਆਂ, ਮੂੰਹ ਨੂੰ ਬੀੜੀਆਂ ਲਾਉਣੀਆਂ, ਪਾਨਾਂ ਦੇ ਬੀੜੇ ਚੱਬਣੇ। ਬੀੜੀਆਂ ਅਰਥ ਵੀ ਮਹਾਂਪੁਰਸ਼ਾਂ ਨੇ ਕੀਤਾ ਹੈ। ਇਹ ਮਨਮੁਖਾਂ ਦੀ ਦਸ਼ਾ ਹੈ। ਗੁਰਸਿੱਖ ਨੂੰ ਸਤਿਗੁਰਾਂ ਨੇ ਬੜਾ ਨਿਰਮਲ ਜੀਵਨ ਦਿੱਤਾ ਹੈ, ਦੇਵਤਾ ਬਣਾਇਆ ਹੈ। ਆ ਜਿਹੜੇ ਪਾਨ ਖਾਂਦੇ ਆ ਤੰਬਾਕੂ ਪਾ ਕੇ, ਇਹ ਥੁੱਕਦੇ ਫਿਰਦੇ ਆ ਥਾਂ ਥਾਂ ਤੇ, ਬਦ ਫੈਲੀਆਂ ਕਰਨੀਆਂ, ਵਾਤਾਵਰਣ ਨੂੰ ਗੰਧਲਾ ਕਰਨਾ। ਤੀਰਥ ਸਥਾਨ ਜਿਹੜੇ ਨੇ ਉਹ ਵੀ ਇਹੋ ਜਿਹੇ ਲੋਕਾਂ ਨੇ ਭ੍ਰਸ਼ਟ ਕੀਤੇ ਹੋਏ ਨੇ। ਨਾਲੇ ਕਹਿੰਦੇ ਆ ਵੀ ਇਹ ਪਵਿੱਤਰ ਨਗਰੀ, ਉਹਨਾਂ ਪਵਿੱਤਰ ਨਗਰੀਆਂ ਦੇ ਵਿੱਚ ਇਹਨਾਂ ਨੇ ਕੋਈ ਗਲੀ ਦਾ ਖੁੰਝਾ, ਕੋਈ ਪਾਸਾ, ਜ਼ਮੀਨ ਦਾ ਕੋਈ ਹਿੱਸਾ ਨਹੀਂ ਰਹਿਣ ਦਿੱਤਾ ਉੱਥੇ ਸਾਫ਼ ਤੇ ਪਵਿੱਤਰ, ਜਿੱਥੇ ਇਹਨਾਂ ਨੇ ਪਾਨ ਖਾ ਕੇ ਜਾਂ ਤੰਬਾਕੂ ਖਾ ਕੇ ਥੁੱਕਿਆ ਨਾ ਹੋਵੇ। ਇਹ ਮਨਮੁਖਾਂ ਦੀ ਦਸ਼ਾ ਹੈ। ਬੀੜੀਆਂ ਪੀਣੀਆਂ, ਸਿਗਰਟਾਂ ਫੂਕਣੀਆਂ। ਸਤਿਗੁਰੂ ਜੀ ਨੇ ਇਹੋ ਜਿਹੀਆਂ ਭੈੜੀਆਂ ਅਲਾਮਤਾਂ ਤੋਂ ਆਪਣੇ ਸਿੱਖਾਂ ਨੂੰ ਬਚਾਇਆ ਹੈ। ਇਹ ਅੱਜ ਕਹਿੰਦੇ ਆ ਇਹਦੇ ਨਾਲ ਫੇਫੜਿਆਂ ਦਾ ਕੈਂਸਰ ਹੁੰਦਾ, ਇਹਦੇ ਨਾਲ ਮੂੰਹ ਦਾ ਕੈਂਸਰ ਹੁੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਸੈਂਕੜੇ ਸਾਲ ਪਹਿਲਾਂ ਕਹਿ ਗਏ, ਭਾਈ ਮੇਰਾ ਗੁਰਸਿੱਖ ਇਹਨਾਂ ਦਾ ਧਾਰਨੀ ਨਹੀਂ। ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਦਕ ਸੁਹਾਏ। ਖਾਲਸਾ ਇਸ ਗੰਦੇ ਧੂਏ ਤੋਂ ਬਚਿਆ ਹੋਇਆ। ਮਨਮੁਖਾਂ ਨੇ ਬੀੜੀਆਂ ਮੂੰਹ ਨੂੰ ਲਾਈਆਂ ਹਨ, ਪਾਨ ਖਾਦੇ ਨੇ, ਸੁਪਾਰੀਆਂ ਖਾਣੀਆਂ। ਹਾਂਜੀ, ਹਰ ਹਰ ਕਦੇ ਨਾ ਚੇਤਿਓ ਜਮ ਪਾਕੜ ਚਲਾਈਆ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਨਹੀਂ ਚੇਤਿਆ। ਚਿਲਮਾਂ ਪੀ ਪੀ ਕੇ ਉਸੇ ਚਿਲਮਾਂ ਦੇ ਨਸ਼ੇ ਦੇ ਵਿੱਚ ਢੋਰ ਹੋ ਕੇ ਪਸ਼ੂਆਂ ਸਮਾਨ ਡਿੱਗੇ ਰਹੇ। ਰੱਬ ਨਹੀਂ ਯਾਦ ਕੀਤਾ, ਪਰਮੇਸ਼ਰ ਨੂੰ ਨਹੀਂ ਚੇਤਿਆ। ਫਿਰ ਇਹੋ ਜਿਹਾ ਲੋਕਾਂ ਨੂੰ ਜੰਮ ਲੈ ਕੇ ਜਾਂਦੇ ਆ, ਫੜ ਕੇ ਕਰੜੇ ਹੱਥ ਪਾ ਕੇ।
ਤੁਸੀਂ ਤਾਂ ਤੀਰਥ ਸਥਾਨ ਵੀ ਭ੍ਰਿਸ਼ਟ ਕੀਤੇ ਨੇ ਮਲੇਛੋ। ਤੁਸੀਂ ਤਾਂ ਪਸ਼ੂਆਂ ਨਾਲੋਂ ਵੀ ਬੱਤਰ ਭੈੜੀ ਜ਼ਿੰਦਗੀ ਜੀਵੀ ਹੈ। ਜਮ ਉਹਨਾਂ ਨੂੰ ਕਰੜੇ ਹੱਥ ਪਾ ਕੇ ਲੈ ਕੇ ਜਾਂਦੇ ਹਨ। ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ। ਜਿਨ੍ਹਾਂ ਨੇ ਹਰੀ ਦਾ ਨਾਮ ਹਰੀ ਨੂੰ ਚੇਤਿਆ ਹੈ ਔਰ ਆਪਣੇ ਹਿਰਦੇ ਵਿੱਚ ਹਰੀ ਦੇ ਨਾਮ ਨੂੰ ਵਸਾਇਆ ਹੈ। ਤਿਨ ਜਮ ਨੇੜ ਨ ਆਵੇ ਗੁਰ ਸਿੱਖ ਗੁਰ ਪਿਆਰੇ। ਇਹੋ ਜਿਹੇ ਜਿਹੜੇ ਗੁਰਸਿੱਖ ਗੁਰੂ ਦੇ ਪਿਆਰੇ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਹਰੀ ਦੇ ਅੰਮ੍ਰਿਤ ਨਾਮ ਨੂੰ ਵਸਾਇਆ ਹੈ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਅੰਮ੍ਰਿਤ ਨਾਮ ਹੈ। ਹਰੀ ਦਾ ਅੰਮ੍ਰਿਤ ਨਾਮ ਹੈ, ਪਰ ਇਸ ਅੰਮ੍ਰਿਤ ਨਾਮ ਨੂੰ ਕੋਈ ਵਿਰਲਾ ਗੁਰਮੁਖ ਹੀ ਜਾਣਦਾ ਹੈ ਕਿ ਹਰੀ ਦੇ ਨਾਮ ਵਿੱਚ ਸਾਰੀਆਂ ਨਿਧੀਆਂ ਨੇ, ਸਾਰੇ ਖਜ਼ਾਨੇ ਹਨ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਹਨ, ਉਹ ਵਾਹਿਗੁਰੂ ਪਰਮੇਸ਼ਰ ਦੀ ਅਭੇਦਤਾ ਦਾ ਰੰਗ ਮਾਣਦੇ ਹਨ। ਰੰਗ ਰਲੀਆਂ ਮਾਣ ਹੈ। ਉਹ ਵਾਹਿਗੁਰੂ ਦੇ ਵਿੱਚ ਮਿਲ ਕੇ ਉਹਦੀ ਏਕਤਾ ਦਾ ਅਨੁਭਵ ਕਰਦੇ ਹਨ। ਉਸ ਵਿੱਚ ਇੱਕਮਿਕ ਹੋ ਕੇ ਉਸੇ ਦਾ ਰੂਪ ਹੋ ਜਾਂਦੇ ਹਨ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ। ਮੇਰਾ ਸਤਿਗੁਰੂ ਦਾਤਾ ਹੈ, ਸਰਬ ਦਾਤਾਂ ਦਾ ਦਾਤਾ, ਦਾਤਾਂ ਦੇਣ ਵਾਲਾ ਦਾਤਾ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੇਰੇ ਸਤਿਗੁਰੂ ਜੀ ਦਾਤੇ ਹਨ, ਟੁੱਟ ਪੈਂਦੇ ਨੇ ਜਿਹਦੇ ਤੇ, ਜਿਸ ਤੇ ਕਿਰਪਾ ਦੇ ਘਰ ਵਿੱਚ ਆ ਕੇ ਕਿਰਪਾ ਕਰਦੇ ਹਨ, ਉਹਨੂੰ ਸਾਰਾ ਕੁਝ ਬਖਸ਼ ਦਿੰਦੇ ਨੇ। ਰਾਜ ਭੋਗ ਮੁਕਤੀ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਮਹਾਰਾਜ ਜੀ ਰਹਿਮਤ ਦੇ ਘਰ ਵਿੱਚ ਆ ਕੇ ਬਖਸ਼ ਦਿੰਦੇ ਹਨ। ਹਾਂ ਗੁਰ ਬਿਟੋ ਸਦ ਵਾਰਿਆ ਜਿਨ ਦਿੱਤੜਾ ਨਾਓ। ਮੈਂ ਆਪਣੇ ਗੁਰੂ ਬਿਟੋਂ ਸਦਾ ਲਈ ਵਾਰੇ ਜਾਵਾਂ, ਆਪਣੇ ਗੁਰੂ ਤੋਂ ਸਦਾ ਲਈ ਕੁਰਬਾਨ ਜਾਵਾਂ। ਮੇਰੇ ਜਿਸ ਗੁਰੂ ਨੇ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਦਿੱਤਾ ਹੈ, ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ। ਮੇਰਾ ਗੁਰੂ ਧੰਨ ਹੈ, ਮੇਰੇ ਗੁਰੂ ਨੂੰ ਸਾਬਾਸ਼ ਹੈ। ਮੇਰੇ ਜਿਸ ਗੁਰੂ ਨੇ ਮੈਨੂੰ ਰੱਬ ਦੇ ਘਰ ਦਾ ਸੁਨੇਹਾ ਦਿੱਤਾ। ਕਿਤੇ ਮੇਰੇ ਗੁਰੂ ਬਾਬਾ ਜੀ ਨੇ ਜਾ ਕੇ ਨਹੀਂ ਆਖਿਆ, ਉਹ ਦੁਨੀਆ ਦੇ ਲੋਕੋ ਮੈਂ ਰੱਬ ਹਾਂ। ਹੋਕਾ ਦਿੱਤਾ, ਆਓ ਭਾਈ ਉਸ ਰੱਬ ਦੀ ਇਬਾਦਤ ਵਿੱਚ ਲੱਗੀਏ ਜਿਸ ਕਰਤਾਰ ਨੇ ਸਾਰੇ ਜਗਤ ਨੂੰ ਕੀਤਾ ਹੈ। ਮੇਰੇ ਜਿਸ ਗੁਰੂ ਬਾਬੇ ਨੇ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਰੱਬ ਦੇ ਘਰ ਦਾ ਸੁਨੇਹਾ ਦਿੱਤਾ, ਵਿਸ਼ਵ ਦਾ ਕੋਈ ਕੋਨਾ ਮੇਰੇ ਸਾਹਿਬ ਨੇ ਨਹੀਂ ਛੱਡਿਆ। ਇਹ ਤਾਂ ਸਾਡੀ ਅਲਪਗਤਾ ਹੈ, ਸਮਰਥਤਾ ਹੈ ਕਿ ਅਸੀਂ ਸਾਹਿਬਾਂ ਦੇ ਉਹ ਪੂਰਨ ਥਾਂ ਵੀ ਹਾਲੇ ਤੱਕ ਨਹੀਂ ਲੱਭ ਸਕੇ, ਭਾਲ ਸਕੇ। ਉਹ ਕਿੱਥੇ ਅਸਾਮ ਤੱਕ, ਢਾਕੇ ਬੰਗਾਲ ਤੱਕ, ਨੇਪਾਲ ਦੇ ਅਨੇਕਾਂ ਸਥਾਨਾਂ ਤੇ, ਜਗਨਨਾਥਪੁਰੀ ਤੱਕ, ਮੱਕੇ ਤੱਕ, ਕਾਬੇ ਤੱਕ, ਮੁਲਤਾਨ ਤੱਕ, ਕਾਬਲ ਕੰਧਾਰ ਦੇ ਇਲਾਕਿਆਂ ਤੱਕ, ਖਾਰੇ ਸਮੁੰਦਰ ਲੱਗ ਕੇ ਵਿੱਚ ਟਾਪੂਆਂ ਤਾਈਂ, ਰੋਮ ਦੇ ਇਲਾਕਿਆਂ 'ਚ, ਰੂਸ ਦੇ ਇਲਾਕਿਆਂ ਵਿੱਚ, ਵਿਸ਼ਵ ਦੇ ਹਰ ਕੋਨੇ 'ਚ ਜਾ ਕੇ ਮੇਰੇ ਸਾਹਿਬ ਨੇ ਹਰੀ ਦੇ ਘਰ ਦਾ ਸੁਨੇਹਾ ਦਿੱਤਾ। ਤੇ ਮੇਰੇ ਜਿਸ ਗੁਰੂ ਨੇ ਰੱਬ ਦੇ ਘਰ ਦਾ ਸੁਨੇਹਾ ਦਿੱਤਾ, ਮੈਂ ਆਪਣੇ ਐਸੇ ਗੁਰੂ ਨੂੰ ਕਹਿਣਾ, ਮੇਰੇ ਗੁਰਦੇਵ ਤੁਸੀਂ ਧੰਨ ਹੋ। ਸਤਿਗੁਰੂ ਜੀ ਤੁਸੀਂ ਧੰਨ ਹੋ।
ਮੇਰੇ ਜਿਸ ਗੁਰੂ ਦੀ ਸ਼ਰਨ ਵਿੱਚ ਹਿੰਦੁਸਤਾਨ ਦੇ ਲੋਕ ਜਿਨ੍ਹਾਂ ਦੇ ਤਿਲਕ ਤੇ ਜੰਜੂ ਨੂੰ ਖਤਰਾ ਸੀ, ਮੰਦਰ ਢਾਏ ਜਾ ਰਹੇ ਸੀ, ਆਪਣੇ ਧਰਮ ਦੀ ਹੋਂਦ ਨੂੰ ਰੱਖ ਸਕਣਾ ਜਿਨ੍ਹਾਂ ਲਈ ਮੁਸ਼ਕਲ ਸੀ, ਉਹ ਆਉਂਦੇ ਆ ਚੱਲ ਕੇ ਮਹਾਰਾਜ ਸਾਡੇ ਤਿਲਕ ਜੰਜੂ ਤੇ ਧਰਮ ਦੀ ਰੱਖਿਆ ਕਰੋ। ਤੇ ਮੇਰੇ ਸਤਿਗੁਰੂ ਜੀ ਉਹਨਾਂ ਦੀ ਬਾਹ ਫੜਦੇ ਐ ਔਰ ਉਹਨਾਂ ਦੇ ਧਰਮ ਦੀ ਰਾਖੀ ਖਾਤਰ ਹਿੰਦੁਸਤਾਨ ਦੀ ਯੱਗ ਵੇਦੀ ਉੱਤੇ ਆਪਣੀ ਆਹੂਤੀ ਦਿੰਦੇ ਐ। ਐਸੇ ਗੁਰੂ ਨੂੰ ਆਖੀਏ ਮੇਰੇ ਸਤਿਗੁਰੂ ਜੀ ਤੁਸੀਂ ਧੰਨ ਹੋ। ਸਾਡੇ ਵਰਗੇ ਨਿਆਸਰਿਆਂ ਅਨਾਥਾਂ ਵੱਲ ਵੇਖ ਕੇ, ਗਰੀਬਾਂ ਨਿਮਾਣਿਆਂ ਵੱਲ ਵੇਖ ਕੇ ਇਸ਼ਾਰਾ ਕਰਦੇ ਆਖਿਆ ਮੈਂ ਆਪਣੇ ਇਹਨਾਂ ਪੁੱਤਰਾਂ ਦੇ ਸਿਰਾਂ ਤੋਂ 4 ਪੁੱਤਰ ਕੁਰਬਾਨ ਕਰਦਾ ਹਾਂ। ਐਸੇ ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਪਾਤਸ਼ਾਹ ਗੁਰੂ ਕਲਗੀਧਰ ਨੂੰ ਸਭ ਆਖੋ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ। ਸਤਿਗੁਰੂ ਜੀ ਤੁਸੀਂ ਧੰਨ ਹੋ। ਸੋ ਧੰਨ ਗੁਰੂ ਸਾਬਾਸ ਹੈ, ਸਾਬਾਸ਼ ਐਸੇ ਗੁਰੂ ਨੂੰ। ਧੰਨ ਹਨ ਐਸੇ ਸਤਿਗੁਰੂ ਜੀ ਜੋ ਮੈਨੂੰ ਹਰੀ ਦੇ ਘਰ ਦਾ ਸੁਨੇਹਾ ਦਿੰਦੇ ਹਨ। ਹਾਂ ਵੇਖ ਵੇਖ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ। ਮੈਂ ਆਪਣੇ ਗੁਰੂ ਨੂੰ ਵੇਖ ਵੇਖ ਕੇ ਵਿਗਸਿਆ ਹਾਂ, ਖੇੜੇ ਵਿੱਚ ਆਇਆ ਹਾਂ। ਜਦੋਂ ਵੇਖਿਆ ਆਪਣੇ ਗੁਰੂ ਨੂੰ, ਵੇਖੇ ਗੁਰੂ ਦੇ ਦਰਸ਼ਨ ਦੀਦਾਰ ਕੀਤੇ ਤਾਂ ਮੈਂ ਖੇੜੇ 'ਚ ਆ ਗਿਆ। ਮੇਰੇ ਸਤਿਗੁਰਾਂ ਦੀ ਦੇਹ ਪਵਿੱਤਰ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਮੇਰੇ ਗੁਰੂ ਦੀ ਰਸਨਾ ਤੋਂ ਅੰਮ੍ਰਿਤ ਬੋਲਿਆ ਜਾਂਦਾ ਹੈ। ਅੰਮ੍ਰਿਤ, ਇਹ ਸਾਰੀ ਬਾਣੀ ਅੰਮ੍ਰਿਤ ਸਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਮਹਾਰਾਜ ਤੁਹਾਡੀ ਇਹ ਬਾਣੀ ਅੰਮ੍ਰਿਤ ਸਰੂਪ ਹੈ। ਸਤਿਗੁਰਾਂ ਦੀ ਰਸਨਾ ਅੰਮ੍ਰਿਤ ਬੋਲਦੀ ਹੈ, ਹਰ ਨਾਮ ਸੁਹਾਵੀ। ਇਸ ਅੰਮ੍ਰਿਤਮਈ ਬਾਣੀ ਦੇ ਵਿੱਚ ਹਰੀ ਦਾ ਨਾਮ ਸ਼ੋਭਨੀਕ ਹੈ, ਸੁਹਾਵਣਾ ਹੈ। ਜਿਨ ਸੁਣ ਸਿੱਖਾ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੀ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਸੁਣ ਕੇ ਮੰਨਿਆ ਹੈ, ਉਹਨਾਂ ਦੀਆਂ ਸਾਰੀਆਂ ਭੁੱਖਾਂ ਲੱਥ ਜਾਂਦੀਆਂ। ਉਹਨਾਂ ਗੁਰਸਿੱਖਾਂ ਦੀਆਂ ਭੁੱਖਾਂ ਨਿਰਵਿਰਤ ਹੋ ਜਾਂਦੀਆਂ ਹਨ। ਹਰ ਕਾ ਮਾਰਗ ਆਖੀਐ, ਕੋ ਕਿਤ ਬਿਦ ਜਾਈਐ। ਹਰੀ ਦੇ ਘਰ ਦਾ ਮਾਰਗ ਆਖੀਏ, ਉਸ ਰਸਤੇ ਤੇ ਕਿਵੇਂ ਚੱਲੀਏ। ਹਾਂਜੀ, ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਐ। ਹਰੀ ਦੇ ਉਸ ਮਾਰਗ ਤੇ ਚੱਲਣ ਲਈ ਖਰਚ ਚਾਹੀਦਾ, ਹਰੀ ਦੇ ਨਾਮ ਧਨ ਦਾ। ਹਰੀ ਦਾ ਨਾਮ ਧਨ ਹੀ ਅਸਲੀ ਰਾਸ਼ੀ ਹੈ, ਪੂੰਜੀ ਹੈ। ਇਹ ਖਰਚ ਜਿੰਨਾ ਪੱਲੇ ਬੰਨ ਲਓਗੇ ਤਾਂ ਉਸ ਰਸਤੇ ਤੇ ਸੁਖੱਲੇ ਚੱਲੋਗੇ। ਜਿਨ ਗੁਰਮੁਖ ਹਰ ਆਰਾਧਿਆ, ਸੇ ਸ਼ਾਹ ਬੜ ਦਾਣੇ। ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਆਰਾਧਿਆ ਹੈ, ਉਹ ਸਾਹ ਹਨ ਸਾਰੇ ਸੰਸਾਰ ਦੇ ਵਿੱਚ ਵੱਡੇ ਦਾਨੇ ਹਨ। ਹਾਂ ਸਤਿਗੁਰ ਕਉ ਸਦ ਵਾਰਿਆ, ਗੁਰ ਬਚਨ ਸਮਾਣੇ। ਮੈਂ ਆਪਣੇ ਸਤਿਗੁਰਾਂ ਤੋਂ ਸਦਾ ਲਈ ਵਾਰੇ ਜਾਵਾਂ ਔਰ ਆਪਣੇ ਗੁਰੂ ਦੇ ਬਚਨਾਂ ਦੁਆਰਾ ਹੀ ਉਹਦੇ ਵਿੱਚ ਸਮਾਇਆ ਜਾਣਾ ਹੈ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ। ਏ ਵਾਹਿਗੁਰੂ ਤੂੰ ਠਾਕੁਰ ਹੈ, ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਪਾਤਸ਼ਾਹ ਹੈ। ਤੁਧ ਪਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਤੈਨੂੰ ਤੇਰੀ ਬੰਦਗੀ ਭਾਉਂਦੀ ਹੈ, ਤੂੰ ਗੁਣਾਂ ਦਾ ਸਾਗਰ ਹੈ, ਤੂੰ ਗੁਣਾਂ ਦਾ ਸਮੁੰਦਰ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਉਹ ਆਪ ਹੀ ਇੱਕ ਰੰਗ ਹੈ, ਇੱਕ ਹੈ। ਆਪ ਹੀ ਅਨੇਕਾਂ ਰੂਪਾਂ ਵਿੱਚ ਵਰਤਣ ਵਾਲਾ, ਅਨੇਕਾਂ ਰੰਗਾਂ ਵਾਲਾ, ਬਹੁਰੰਗੀ ਵੀ ਹੈ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਤਿਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਭਾਵੇ, ਮੇਰੇ ਲਈ ਸਾਈ ਗੱਲ ਚੰਗੀ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਰੋਮ ਰੋਮ ਕਰਕੇ ਸਤਿਗੁਰਾਂ ਦਾ ਸ਼ੁਕਰ ਹੈ।
ਗੁਰੂ ਸਾਹਿਬ ਦੇ ਚਰਨਾਂ 'ਚ ਰਜੋਈ ਹੈ ਸਾਡਾ, ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਵਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।